2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਨੇ। ਜੇ ਹਲਕਾ ਗੁਰੂ ਹਰਸਾਏ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੇਵ ਸਿੰਘ ਮਾਨ ਇੱਥੇ ਉਮੀਦਵਾਰ ਵੀ ਘੋਸ਼ਿਤ ਕਰ ਦਿੱਤੇ ਗਏ ਨੇ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਜਿਹੜੇ ਚਾਹਵਾਨ ਨੇ ਉਮੀਦਵਾਰ ਦੌੜ 'ਚ ਲੱਗੇ ਹੋਏ ਆ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਰਾਣਾ ਗੁਰਮੀਤ ਸਿੰਘ ਕੈਬਨਿਟ ਮੰਤਰੀ 4 ਵਾਰ ਲਗਾਤਾਰ ਇੱਥੋਂ ਜਿੱਤ ਪ੍ਰਾਪਤ ਕਰ ਸਕਦੇ ਤੇ 5ਵੀਂ ਵਾਰ ਵੀ ਉਹਦੀ ਜਿਹੜੀ ਹੈ ਜ਼ੋਰ ਅਜ਼ਮਾਇਸ਼ ਕਰਨਗੇ। ਪਰ ਦੂਸਰੇ ਪਾਸੇ ਮੈਂ ਜੇ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਜਿਹੜਾ ਹੈਗਾ ਇਸ ਟਾਈਮ ਹਲਕਾ ਗੁਰੂ ਸਾਹਿਬ ਦਾ ਹਲਕਾ ਇੰਚਾਰਜ ਉਹਨਾਂ ਨੂੰ ਥਾਪਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਗੁਰੂ ਸਾਹਿਬ ਲਾਈਵ ਦੇ ਜ਼ਰੀਏ ਉਸ ਸ਼ਖਸ ਨਾਲ ਮਨਾਉਣ ਜਾ ਰਹੇ ਹਾਂ ਜਿਹੜਾ ਲੜਕਾ ਛੋਟੀ ਏਜ ਦੇ ਵਿੱਚ ਰਾਜਨੀਤੀ ਦੇ ਵਿੱਚ ਆਇਆ ਹੈ ਤੇ ਕੀ ਸੁਪਨੇ ਲੈ ਕੇ ਰਾਜਨੀਤੀ ਵਿੱਚ ਆਇਆ। ਗੱਲ ਕਰ ਰਿਹਾ ਮੈਂ ਜਤਿੰਦਰ ਥਿੰਦ ਬਾਰੇ। ਗੱਲਬਾਤ ਕਰਦੇ ਹਾਂ। ਜਤਿੰਦਰ ਜੀ, ਤੁਹਾਡਾ ਗੁਰੂ ਸਾਹਿਬ ਲਾਈਵ ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਤਿੰਦਰ ਜੀ, ਰਾਜਨੀਤੀ ਵਾਲਾ ਯੰਗ ਏਜ ਹੈ, ਪੜ੍ਹਾਈ ਕਰਕੇ ਕੁਝ ਹੋਰ ਵੀ ਬਣ ਸਕਦੇ, ਰਾਜਨੀਤੀ ਵੱਲ ਕਿੱਦਾਂ? ਥਿੰਦ ਸਾਹਿਬ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਦੇ ਹਾਲਾਤ ਜਿਹੜੇ ਸਾਡੇ ਸੂਬੇ ਦੇ ਬਣੇ ਹੋਏ ਨੇ, ਕਿਉਂਕਿ ਤੁਸੀਂ ਇੱਕ ਬਹੁਤ ਸੋਹਣਾ ਸਵਾਲ ਕੀਤਾ ਹੈ ਕਿ ਪੜ੍ਹਾਈ ਕਰਕੇ ਕੁਝ ਹੋਰ ਬਣ ਸਕਦੇ ਸੀ। ਤੁਸੀਂ ਮੇਰੇ ਆਉਣ ਤੋਂ ਪਹਿਲਾਂ ਆਪਾਂ ਇੱਥੇ ਜਦੋਂ ਦੇਖਿਆ ਹੋਊਗਾ ਕਿ ਇੱਥੇ ਇੱਕ ਬੇਰੁਜ਼ਗਾਰ ਸਟੂਡੈਂਟਸ ਦਾ ਇੱਕ ਜਿਹੜਾ ਮੋਰਚਾ ਲੱਗਾ ਹੋਇਆ ਸੀ ਔਰ ਉਹ ਲੋਕ ਸਰਕਾਰ ਤੋਂ ਨੌਕਰੀਆਂ ਦੀ ਡਿਮਾਂਡ ਕਰ ਰਹੇ ਸੀ। ਸੋ ਅੱਜ ਜਿਹੜੇ ਸਾਡੇ ਸੂਬੇ ਦੇ ਹਾਲਾਤ ਇੱਥੋਂ ਦੇ ਬਣਾ ਦਿੱਤੇ ਗਏ ਆ, ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਲੰਬਾ ਸਮਾਂ ਇੱਥੇ ਰਾਜ ਕੀਤਾ, ਲੰਬਾ ਸਮਾਂ ਇੱਥੇ ਹਕੂਮਤ ਹੰਡਾਈ, ਉਹਨਾਂ ਨੇ ਹਾਲਾਤ ਇਹ ਬਣਾ ਦਿੱਤੇ ਕਿ ਅੱਜ ਸਾਡੀ ਨੌਜਵਾਨੀ ਕੋਲ ਆਪਸ਼ਨਸ ਰਹਿ ਨਹੀਂ ਗਈਆਂ, ਨੌਕਰੀ ਦੀਆਂ ਆਪਸ਼ਨਸ ਨਹੀਂ ਹੈ। ਉਹ ਜਾਂ ਤਾਂ ਟੈਂਕੀਆਂ ਤੇ ਚੜ੍ਹ ਕੇ ਆਤਮ ਹੱਤਿਆ ਕਰ ਰਹੇ ਨੇ, ਜਾਂ ਇਹਨਾਂ ਅਫਸਰਸ਼ਾਹੀ ਦੇ ਜਿਹੜੇ ਡੀਸੀ ਆਫਿਸ ਜਾਂ ਇਹਨਾਂ ਦੇ ਅੱਗੇ ਆਪਣੇ ਆਪ ਨੂੰ ਅੱਗ ਲਾ ਕੇ ਸਾੜ ਰਹੇ ਨੇ। ਆਪਸ਼ਨਸ ਇਹ ਰਹਿ ਗਈ ਹੈ ਕਿ ਜਾਂ ਤਾਂ ਜਹਾਜ਼ ਫੜੋ, ਕਿੱਲਾ 2 ਕਿੱਲਾ ਜਿਹੜੀ ਜ਼ਮੀਨ ਉਹਨੂੰ ਵੇਚੋ ਔਰ ਬਾਹਰ ਨਿਕਲ ਜਾਓ। ਸੋ ਮੈਂ ਹਜੇ ਇਸ ਚੀਜ਼ ਦੇ ਹੱਕ 'ਚ ਨਹੀਂ ਸੀ ਕਿ ਮੈਂ ਆਪਣੀ ਧਰਤੀ ਨੂੰ ਛੱਡਾਂ। ਬਹੁਤ ਮੋਹ ਹੈ ਇਸ ਧਰਤੀ ਦੇ ਵਿੱਚ ਜਿੱਥੇ ਪੈਦਾ ਹੋਏ ਆ, ਔਰ ਗੁਰੂ ਮਹਾਰਾਜ ਦੀ ਇੱਕ ਕਿਰਪਾ ਹੈ ਕਿ ਉਹਨਾਂ ਦਾ ਆਸਰਾ ਹੈ ਸਾਡੇ ਉੱਤੇ ਔਰ ਸਾਨੂੰ ਇੱਕ ਤਾਕਤ ਬਖਸ਼ੀ ਹੋਈ ਹੈ ਕਿ ਆਪਣੇ ਇੱਥੋਂ ਦੇ ਲੋਕਾਂ ਲਈ ਔਰ ਆਪਣੀ ਇਸ ਧਰਤੀ ਲਈ ਕੁਝ ਕਰ ਸਕੀਏ। ਸੋ ਜਿੰਨਾ ਚਿਰ ਉਹ ਤਾਕਤ ਆਸਰਾ ਗੁਰੂ ਸਾਹਿਬ ਦਾ ਨਾਲ ਹੈ ਤੇ ਲੜਾਂਗੇ ਔਰ ਕੁਝ ਨਵਾਂ ਲੈ ਕੇ ਆਵਾਂਗੇ ਆਪਣੇ ਲੋਕਾਂ ਦੀ। ਕੁਝ ਨਵਾਂ ਲੈ ਕੇ ਆਵਾਂਗੇ। ਸੋਚ ਅੱਛੀ ਹੈ, ਵਿਚਾਰ ਅੱਛੇ ਨੇ, ਪਰ ਜੇ ਹਲਕਾ ਗੁਰੂ ਸਾਹਿਬ ਦੀ ਗੱਲ ਕਰੀਏ ਤਾਂ ਇਸ ਹਲਕੇ ਦੇ ਵਿੱਚ ਬਹੁਤਾਤ ਜਿਹੜੀ ਹੈਗੀ ਹੈ ਜ਼ਿਆਦਾਤਰ ਕਮਿਊਨਿਟੀਆਂ, ਵੱਖ-ਵੱਖ ਕਮਿਊਨਿਟੀਆਂ ਤੋਂ ਲੋਕ ਬੈਠੇ ਹੈਗੇ ਆ। ਜੇ ਇੱਥੇ ਇਲੈਕਸ਼ਨ ਦੀ ਗੱਲ ਕਰੀਏ ਤਾਂ ਕਹਿੰਦੇ ਗੁਰੂ ਸਾਹਿਬ ਦਾ ਇਲੈਕਸ਼ਨ ਜ਼ਿਲ੍ਹਾ ਫਿਰੋਜ਼ਪੁਰ ਦਾ ਸਭ ਤੋਂ ਮਹਿੰਗਾ ਇਲੈਕਸ਼ਨ ਹੈ। ਤੁਸੀਂ ਇਹਨੂੰ ਕਿਵੇਂ ਸਰਵਾਈਵ ਕਰ ਪਾਓਗੇ? ਜਿਹੜੀ ਤਾਂ ਕਮਿਊਨਿਟੀਜ਼ ਦੀ ਗੱਲ ਹੈ, ਮੈਂ ਸਮਝਦਾ ਕਿ ਇਹ ਪੰਜਾਬ ਜਿਹੜਾ ਖਿੱਤਾ ਹੈ ਗੁਰੂ ਸਾਹਿਬ ਵੱਲੋਂ ਵਸਾਈ ਇਹ ਧਰਤੀ, ਇੱਥੇ ਪੰਜਾਬ ਦਾ ਇੱਕ ਸਾਡਾ ਹਿਸਟਰੀ ਰਹੀ ਆ, ਹਿਸਟੋਰੀਕਲ ਧਰਤੀ ਹੈ। ਸਾਡੇ ਗੁਰੂਆਂ ਨੇ ਇੱਕ ਬਹੁਤ ਸੋਹਣਾ ਗੁਰਬਾਣੀ ਦਾ ਇੱਕ ਜਿਹੜਾ ਸਾਨੂੰ ਮਾਡਲ ਦਿੱਤਾ ਹੈ, ਜਿਸ ਗੁਰਬਾਣੀ ਦੇ ਮਾਡਲ ਦੇ ਉੱਤੇ ਅਸੀਂ ਇਸ ਦੁਨੀਆ ਦੇ ਉੱਤੇ ਪਹਿਲਾਂ ਵੀ ਰਾਜ ਭਾਗ ਕੀਤਾ ਔਰ ਅਸੀਂ ਦੁਨੀਆ ਨੂੰ ਇਹ ਦਿਖਾਇਆ ਕਿ ਜਿਹੜੀ ਸਾਡਾ ਰਾਜ ਹੈ ਉਹ ਦੁਨੀਆ ਦਾ ਬਿਹਤਰੀਨ ਰਾਜ ਹੈ। ਔਰ ਉਸ ਰਾਜ ਦੇ ਜਿਹੜੇ ਕਨਸੈਪਟ ਸੀ ਉਹ ਇਹ ਸੀ ਕਿ ਇੱਥੇ ਹਰ ਇੱਕ ਬੰਦੇ ਨੂੰ ਬਰਾਬਰਤਾ ਮਿਲੇ। ਅੱਜ ਵੀ ਜਿਹੜਾ ਸਾਡਾ ਇਹ ਪੰਜਾਬ ਹੈ ਇਹ ਬਰਾਬਰਤਾ ਦੇ ਆਧਾਰ ਤੇ ਕਾਇਮ ਹੈ। ਅਸੀਂ ਨਹੀਂ ਸਮਝਦੇ ਕਿ ਕਿਸੇ ਖਾਸ ਕਮਿਊਨਿਟੀ, ਜਾਤ ਪਾਤ, ਧਰਮ ਦਾ ਵਿਤਕਰਾ ਇੱਥੇ ਉੱਭਰੂਗਾ ਜਿੱਦਾਂ ਹਿੰਦੁਸਤਾਨ ਦੇ ਹੋਰ ਖਿੱਤਿਆਂ ਦੇ ਵਿੱਚ ਉੱਭਰਦਾ ਹੈ। ਅੱਜ ਵੀ ਪੰਜਾਬ ਦੀ ਜਿਹੜੀ ਭੂਗੋਲਿਕ ਸਥਿਤੀ ਹੈ ਜਾਂ ਇੱਥੋਂ ਦੀ ਜਿਹੜੀ ਸਰਜ਼ਮੀਨ ਹੈ ਇਹ ਬਾਕੀ ਹਿੰਦੁਸਤਾਨ ਦੇ ਖਿੱਤੇ ਨਾਲੋਂ ਅਲੱਗ ਆ। ਇੱਥੋਂ ਦੇ ਲੋਕਾਂ ਦਾ ਰਹਿਣ ਸਹਿਣ, ਇੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਉਹ ਵੀ ਬਿਲਕੁਲ ਅਲੱਗ ਹੈ। ਔਰ ਅਸੀਂ ਕਦੀ ਨਹੀਂ ਚਾਹਾਂਗੇ ਕਿ ਜਾਤ ਪਾਤ, ਧਰਮ, ਵਿਤਕਰੇ ਦੇ ਉੱਤੇ ਕੋਈ ਸੂਬਾ ਬਣੇ। ਲੇਕਿਨ ਪੰਜਾਬ ਦੇ ਅੱਜ ਕਿਰਪਾ ਹੈ। ਰਹੀ ਗੱਲ ਇੱਥੋਂ ਦੇ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਗੁਰੂ ਹਰਸਾਏ ਹਲਕਾ ਇੱਕ ਬਹੁਤ ਮਹਿੰਗੀ ਪੰਜਾਬ ਦੀ ਸੀਟ ਹੈ। ਮਹਿੰਗੀ ਇਹਨਾਂ ਹੁਕਮਰਾਨਾਂ ਵੱਲੋਂ ਬਣਾਈ ਗਈ ਹੈ, ਮਹਿੰਗੀ ਨਹੀਂ, ਕਿਉਂਕਿ ਇਸ ਹਲਕਾ ਨੂੰ ਲੋੜ ਸੀ ਵਿਕਾਸ ਦੀ, ਇਸ ਹਲਕੇ ਨੂੰ ਲੋੜ ਸੀ ਰੁਜ਼ਗਾਰ ਦੀ, ਇੱਥੋਂ ਦੇ ਲੋਕਾਂ ਨੂੰ ਉੱਚਾ ਉਹਨਾਂ ਦੀ ਜੀਵਨ ਸ਼ੈਲੀ ਨੂੰ ਉੱਪਰ ਚੱਕਣ ਦੀ। ਪਰ ਹੁਕਮਰਾਨਾਂ ਨੇ ਇੱਥੇ ਕੀ ਕੀਤਾ ਕਿ ਉਹਨਾਂ ਲੋਕਾਂ ਨੂੰ ਇੱਕ ਤਰ੍ਹਾਂ ਕਹਿ ਲਓ ਕਿ ਡਿਮੋਲਾਈਸ਼ ਕੀਤਾ, ਉਹਨਾਂ ਨੂੰ ਤੋੜਿਆ, ਉਹਨਾਂ ਨੂੰ ਬੇਰੁਜ਼ਗਾਰੀ ਦੇ ਵਿੱਚ ਧੱਕਿਆ, ਉਹਨਾਂ ਨੂੰ ਨਸ਼ਿਆਂ ਦੇ ਵਿੱਚ ਧੱਕਿਆ। ਅੱਜ ਉਹ ਹੁਕਮਰਾਨ ਕੀ ਕਰ ਰਹੇ ਆ ਕਿ ਉਸ ਚੀਜ਼ ਦਾ ਫਾਇਦਾ ਉਠਾ ਕੇ ਇੱਥੇ ਉਹਨਾਂ ਲੋਕਾਂ ਦਾ ਮੁੱਲ ਪਾਉਂਦੇ ਆ। ਇੱਕ ਗੱਲ ਮੈਂ ਸਮਝਦਾ ਕਿ ਜਦੋਂ ਤੱਕ ਤੁਹਾਡੀ ਕੀਮਤ ਲੱਗਦੀ ਰਹੂਗੀ ਤੁਸੀਂ ਕਦੇ ਵੀ ਆਪਣੀ ਜਿਹੜੀ ਆ ਆਪਣੀ ਸੋਚ, ਆਪਣੇ ਢੰਗ, ਆਪਣੇ ਇੱਥੋਂ ਦੀ ਜੀਵਨ ਸ਼ੈਲੀ ਨੂੰ ਉੱਪਰ ਨਹੀਂ ਲਿਆ ਸਕਦੇ। ਜਿਸ ਦਿਨ ਸਾਡੀ ਕੀਮਤ ਲੱਗਣੋਂ ਹਟ ਗਈ, ਜਿਸ ਦਿਨ ਅਸੀਂ ਲੋਕ ਵਿਕਣੋਂ ਹਟ ਗਏ, ਉਸ ਦਿਨ ਸਾਡਾ ਜੋ ਅਸੀਂ ਚਾਹੁੰਦੇ ਆ, ਜੋ ਸਾਡਾ ਅਸੀਂ ਇੱਥੋਂ ਦੀ ਰੰਗ ਢੰਗ ਚਾਹੁੰਦੇ ਆ, ਜੋ ਅਸੀਂ ਜੀਵਨ ਸ਼ੈਲੀ ਚਾਹੁੰਦੇ ਆ, ਉਹ ਇੱਥੇ ਸਥਾਪਿਤ ਹੋ ਜੂਗੀ। ਸੋ ਇਹ ਚੀਜ਼ ਤਾਂ ਅਸੀਂ ਦੇਖਣੀ ਆ। ਲੇਕਿਨ ਇੱਕ ਚੇਂਜ ਆਇਆ ਹੈ ਅੱਜ ਦੇ ਦੌਰ ਦੇ ਵਿੱਚ। ਖਾਸ ਕਰਕੇ ਮੈਂ ਗੱਲ ਕਰੂੰਗਾ ਕਿਸਾਨੀ ਅੰਦੋਲਨ ਦੀ।
ਕਿਸਾਨੀ ਅੰਦੋਲਨ ਨੇ ਇੱਕ ਪੰਜਾਬ ਦੇ ਵਿੱਚ ਬਹੁਤ ਵੱਡਾ ਰੈਵੋਲੂਸ਼ਨ ਜਿਹੜਾ ਉਹ ਪੈਦਾ ਕੀਤਾ। ਕਿਸਾਨੀ ਅੰਦੋਲਨ ਨੇ ਸਾਡੀ ਨੌਜਵਾਨੀ ਨੂੰ ਆਪਣੇ ਹੱਕ ਮੰਗਣੇ ਸਿਖਾਏ। ਅੱਜ ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਅੱਜ ਸਾਡੀ ਨੌਜਵਾਨੀ ਉਹਨਾਂ ਲੀਡਰਸ ਦੇ ਉੱਪਰ, ਜਿਹੜੇ ਲੀਡਰਸ ਲੋਕਾਂ ਦੀ ਕੀਮਤ ਲਾਉਂਦੇ ਸੀ, ਉਹਨਾਂ ਦੀ ਵੋਟ ਦੀ ਕੀਮਤ ਤੈਅ ਕਰਦੇ ਸੀ ਕਿ ਇਹਨਾਂ ਤੋਂ ਤਾਂ ਅਸੀਂ 1000 ਰੁਪਏ 'ਚ ਵੋਟਾਂ ਖਰੀਦ ਲਾਂਗੇ, ਇਹਨਾਂ ਤੋਂ ਅਸੀਂ ਇੰਨੇ 'ਚ ਖਰੀਦ ਲਾਂਗੇ, ਇਸ ਘਰ ਦੀਆਂ ਇੰਨੀਆਂ ਵੋਟਾਂ ਹੈ। ਅੱਜ ਉਹਨਾਂ ਨੂੰ ਇਹ ਫਿਕਰ ਪਿਆ ਹੋਇਆ ਕਿ ਅੱਜ ਇਹ ਲੋਕ ਜਿਹੜੇ ਵਿਕਣ ਵਾਲੇ ਨਹੀਂ, ਇਹ ਤਾਂ ਉੱਠ ਕੇ ਸਵਾਲ ਕਰਨ ਲੱਗ ਪਏ, ਇਹ ਤਾਂ ਉੱਠ ਕੇ ਇਹਨਾਂ ਨੂੰ ਤਾਂ ਆਪਣੇ ਹੱਕਾਂ ਦਾ ਪਤਾ ਲੱਗ ਗਿਆ। ਸੋ ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਮੈਂ ਇਸ ਹਲਕੇ ਦੇ ਵਿੱਚ ਵਿਚਰੂੰਗਾ, ਮੈਂ ਹਰ ਨੌਜਵਾਨ ਨੂੰ ਉਸ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਕਰੂੰਗਾ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਨੌਜਵਾਨ ਆਪਣੇ ਅਸਲ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਗਿਆ ਉਹ ਕੀਮਤ ਨਹੀਂ ਲਾਊਗਾ ਔਰ ਕੋਈ ਲੀਡਰ ਉਸ ਦੀ ਕੀਮਤ ਨਹੀਂ ਲਗਾ ਸਕੂਗਾ। ਜੇਕਰ ਇਹ ਹਲਕਾ ਸਭ ਤੋਂ ਮਹਿੰਗਾ ਸੀ ਔਰ ਇਹ ਹਲਕਾ ਪੰਜਾਬ ਦੇ ਵਿੱਚ ਸਭ ਤੋਂ ਘੱਟ ਪੈਸੇ ਦੇ ਨਾਲ ਸਭ ਤੋਂ ਵੱਧ ਇੱਕ ਚੇਂਜ ਲੈ ਕੇ ਆ ਸਕਦਾ ਹੈ, ਇੱਥੋਂ ਦਾ ਮੈਨੂੰ ਮਾਣ ਹੈ ਇਸ ਹਲਕੇ ਦੀ। ਗੱਲ ਜਾਗਰੂਕ ਦੀ ਕੀਤੀ ਹੈ ਤੇ ਲੋਕ ਜਾਗਰੂਕ ਹੋਏ ਆ। ਪਿਛਲੇ ਦਿਨ 2 ਵੀਡੀਓ ਵਾਇਰਲ ਹੋਈਆਂ ਹਲਕਾ ਗੁਰੂ ਸਾਹਿਬ ਵਿੱਚ। ਹਾਂਜੀ, ਰਾਣਾ ਗੁਰਮੀਤ ਸਿੰਘ ਛੋਟੀ ਦੀ ਬਿਟਿਆ ਜਾਂਦੀ ਆ ਕਿਸੇ ਪਿੰਡ ਦੇ ਵਿੱਚ, ਉੱਥੇ ਕਿਸਾਨਾਂ ਦੁਆਰਾ ਸਵਾਲ ਕੀਤੇ ਜਾਂਦੇ ਆ। ਵਰਦੇਵ ਸਿੰਘ ਮਾਨ ਇੱਥੇ ਹਲਕਾ ਇੰਚਾਰਜ ਆ ਸ਼੍ਰੋਮਣੀ ਅਕਾਲੀ ਦਲ, ਅੱਜ ਟਿਕਟ ਵੀ ਲੈ ਕੇ ਵੀ ਆਏ ਹੋਏ ਆ ਮਾਰਕੀਟ, ਉਹਨਾਂ ਨੂੰ ਸਵਾਲ ਕੀਤੇ ਜਾਂਦੇ ਆ। ਲੋਕਾਂ ਨੂੰ ਜਾਗ ਲੱਗੀ ਆ ਕਿ ਇਹ ਕਿਸਾਨੀ ਅੰਦੋਲਨ ਕਰਕੇ ਹੋ ਰਿਹਾ ਸਭ। ਬਿਲਕੁਲ ਅਸੀਂ ਮੰਨਦੇ ਹਾਂ ਕਿ ਇਸ ਕਿਸਾਨੀ ਅੰਦੋਲਨ ਜਿਹੜਾ ਵਾ ਇੱਕ ਬਹੁਤ ਵੱਡਾ ਰੈਵੋਲੂਸ਼ਨ ਉੱਠਿਆ ਔਰ ਜਦੋਂ ਕੋਈ ਰੈਵੋਲੂਸ਼ਨ ਉੱਠਦਾ ਹੈ, ਉੱਠਦੇ ਬਹੁਤ ਦੇਰ ਨਾਲ ਨੇ, ਇਹਨਾਂ ਨੂੰ ਸਦੀਆਂ ਲੱਗ ਜਾਂਦੀਆਂ, 50-50 ਸਾਲ, ਕਈ ਵਾਰੀ 100-100 ਸਾਲ ਲੱਗ ਜਾਂਦੇ ਆ ਕਿਸੇ ਰੈਵੋਲੂਸ਼ਨ ਨੂੰ ਉੱਠਣ ਲਈ। ਲੇਕਿਨ ਉਹ ਉੱਠਦਾ ਕਿਉਂ ਆ? ਉਹ ਉੱਠਦਾ ਇਸ ਲਈ ਆ ਕਿ ਜਿਹੜੀਆਂ ਹਕੂਮਤਾਂ ਨੇ ਲੋਕਾਂ ਦੇ ਉੱਤੇ 40-40, 50-50 ਸਾਲ ਦਾ ਜਿਹੜਾ ਇੱਕ ਦਬਾਅ ਪਾਇਆ ਹੁੰਦਾ ਹੈ, ਪ੍ਰੈਸ਼ਰਾਈਜ਼ ਕੀਤਾ ਹੁੰਦਾ ਹੈ, ਹਰ ਚੀਜ਼ ਨੂੰ ਧੱਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਆ, ਉਹ ਜਿਹੜਾ ਗੁਬਾਰ ਆ ਉਹ ਫਿਰ ਜਦੋਂ ਫਟਦਾ ਹੈ ਤਾਂ ਇੱਕ ਰੈਵੋਲੂਸ਼ਨ ਦਾ ਰੂਪ ਲੈਂਦਾ ਹੈ। ਕਿਸਾਨੀ ਅੰਦੋਲਨ ਜਿਹੜਾ ਹੈ ਉਹ ਇਹੀ ਇਸੇ ਚੀਜ਼ ਦਾ ਨਤੀਜਾ ਹੈ। ਸਾਨੂੰ ਇਸ ਚੀਜ਼ ਦਾ ਅੱਜ ਵੀ ਯਾਦ ਹੈ। ਅੱਜ ਤੁਸੀਂ ਮੇਰੀ ਫੇਸਬੁੱਕ ਪੋਸਟ ਜਾਂ ਟਵਿੱਟਰ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਸੀ ਮੈਂ, ਜਿਹੜੀ ਅਸੀਂ 2019 ਦੇ ਵਿੱਚ ਪਾਈ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਬਿਆਨ ਲਾਇਆ ਸੀ ਉਸ ਸਮੇਂ ਕਿ ਜਿਹੜਾ ਹਕੂਮਤਾਂ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਜ਼ਬਰ ਕਰ ਰਹੀਆਂ ਹੈ, ਆਉਣ ਵਾਲੇ ਸਮੇਂ 'ਚ ਇਹ ਬਹੁਤ ਵੱਡਾ ਰੈਵੋਲੂਸ਼ਨ ਉੱਠੂਗਾ ਜਿੱਦਾਂ ਰਸ਼ੀਆ ਔਰ ਅਮਰੀਕਾ ਦੇ ਵਿੱਚ ਉੱਠੇ ਸੀ ਔਰ ਇਸ ਖਿੱਤੇ ਦੀ ਸਾਰੀ ਪੋਲਿਟਿਕਸ ਬਦਲ ਕੇ ਰੱਖ ਦੂਗਾ। ਉਹੀ ਹੋਇਆ 2020 ਦੇ ਵਿੱਚ ਇੱਥੋਂ ਰੈਵੋਲੂਸ਼ਨ ਉੱਠਦਾ ਹੈ ਔਰ ਅੱਜ ਉਹ ਅੰਦੋਲਨ ਜਿਹੜਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਾ ਔਰ ਉਸ ਅੰਦੋਲਨ ਨੇ ਇੰਨੀ ਕੁ ਜਾਗਰੂਕਤਾ ਸਾਡੇ ਨੌਜਵਾਨਾਂ ਦੇ ਵਿੱਚ ਲੈ ਆਂਦੀ ਆ ਕਿ ਅੱਜ ਹਰ ਨੌਜਵਾਨ ਜਿਹੜੇ ਇੱਥੋਂ ਦੇ, ਜਿਨ੍ਹਾਂ ਨੇ ਆਪਦਾ ਇੱਕ ਅਧਿਕਾਰ, ਇੱਕ ਜੱਦੀ ਬਣਾ ਲਿਆ ਸੀ ਇਸ ਚੀਜ਼ ਨੂੰ ਕਿ ਇਹ ਤਾਂ ਸਾਡਾ ਹਲਕਾ ਔਰ ਅਸੀਂ ਹੀ ਇਹਨੂੰ ਕਰਾਂਗੇ, ਹੋਰ ਕਿਸੇ ਨੂੰ ਟਿਕਣ ਨਹੀਂ ਦੇਣਾ। ਕੋਈ ਆਮ ਪਰਿਵਾਰ ਦਾ ਇਨਸਾਨ ਆ ਕੇ ਉਹਨਾਂ ਦੇ ਬਰਾਬਰ ਖੜਨ ਦੀ ਜ਼ਰੂਰਤ ਨਹੀਂ ਕਰਦਾ ਸੀ। ਅੱਜ ਲੇਕਿਨ ਉਹਨਾਂ ਦੇ ਹੀ ਵਰਕਰ ਉਹਨਾਂ ਤੋਂ ਇਹ ਸਵਾਲ ਕਰ ਰਹੇ ਨੇ ਕਿ ਤੁਸੀਂ ਲੋਕਾਂ ਨੇ ਸਾਡੇ ਲਈ 20-20 ਸਾਲ ਸਾਡੇ ਤੇ ਰਾਜ ਕਰ ਲਿਆ, ਤੁਸੀਂ ਇਸੇ ਸੀਟ ਦੇ ਉੱਤੇ ਅਕਾਲੀ ਦਲ ਬਾਦਲ ਜਿਹੜੀ ਹੈ ਉਹ 10 ਸਾਲ ਉਹਨਾਂ ਨੇ ਰਾਜ ਕੀਤਾ, ਚਾਹੇ ਇਹ ਸੀਟ ਉਹਨਾਂ ਨੂੰ ਨਹੀਂ ਮਿਲੀ, ਉਹਨਾਂ ਦੀ ਸਰਕਾਰ ਰਹੀ ਆ। ਬਾਦਲ ਸਾਹਿਬ ਅੱਜ ਵੀ MP ਨੇ, ਇੱਥੋਂ ਦੇ MP ਹੋਣ ਦੇ ਬਾਵਜੂਦ ਵੀ ਇੱਕ ਪੈਸਾ ਉਹਨਾਂ ਨੇ ਇੱਥੇ ਨਹੀਂ ਲਾਇਆ। ਰਾਣਾ ਸੋਢੀ ਜੋ ਕਾਂਗਰਸ ਤੋਂ ਬਿਲੋਂਗ ਕਰਦੇ ਨੇ, ਉਹ ਇੱਥੇ ਲਗਾਤਾਰ 20 ਸਾਲ ਤੋਂ MLA ਜਿੱਤਦੇ ਆ ਰਹੇ ਨੇ ਔਰ ਇਸ ਹਲਕੇ ਦੀ ਹਾਲਤ ਤਾਂ ਤੁਸੀਂ ਦੇਖ ਸਕਦੇ ਹੋ। ਮੇਰੇ ਨਾਲੋਂ ਜ਼ਿਆਦਾ ਤੁਸੀਂ ਪੱਤਰਕਾਰ ਵੀਰ ਹੋ, ਤੁਸੀਂ ਹਰ ਜਗ੍ਹਾ ਜਾਂਦੇ ਹੋ, ਹਰ ਜਗ੍ਹਾ ਘੁੰਮਦੇ ਹੋ, ਪਿੰਡਾਂ ਦੇ ਵਿੱਚ, ਗਲੀਆਂ ਦੇ ਵਿੱਚ, ਔਰ ਉੱਥੋਂ ਦੀ ਹਾਲਤ ਦੇਖੋ, ਇੱਥੋਂ ਦੇ ਸਕੂਲਾਂ ਦੀ ਹਾਲਤ ਦੇਖੋ, ਇੱਥੋਂ ਦੀ ਕਿਸਾਨੀ ਦੀ ਹਾਲਤ ਦੇਖੋ। ਬਾਰਡਰ ਏਰੀਆ ਹੈ, ਬਾਰਡਰ ਏਰੀਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਹ ਤਾਰ ਪਾਰ ਤੋਂ ਨੇ, ਉਹਨਾਂ ਲੋਕਾਂ ਦੀ ਜਿਹੜੀ ਉਹਨਾਂ ਦੀ ਹਾਲਤ ਦੇਖੋ ਕਿੱਡੀ ਤਰਸਯੋਗ ਬਣਾਈ ਹੋਈ ਹੈ। ਮੁਆਵਜ਼ਾ ਜਿਹੜਾ ਉਹਨਾਂ ਲੋਕਾਂ ਨੂੰ ਪਿਛਲੇ 5-5 ਸਾਲ ਤੋਂ ਜਿਹੜਾ ਮਿਲਿਆ ਨਹੀਂ, ਉਹ ਅੱਜ ਵੀ ਉਸ ਤਰ੍ਹਾਂ ਹੀ ਜਿਹੜਾ ਸਰਕਾਰਾਂ ਉਸ ਨੂੰ ਦਬਾ ਕੇ ਬੈਠੀਆਂ ਹੋਈਆਂ। ਸੋ ਇਦਾਂ ਦੇ ਅਨੇਕਾਂ ਮੁੱਦੇ ਮਿਲ ਜਾਣਗੇ, ਮੈਨੂੰ ਲੱਗਦਾ ਬੋਲਦਿਆਂ ਕਈ ਘੰਟੇ ਹੋਰ ਲੱਗ ਜਾਣਗੇ ਪਰ ਮੁੱਦੇ ਖਤਮ ਨਹੀਂ ਹੋਣੇ। ਜਤਿੰਦਰ ਥਿੰਦ ਲਈ ਰਾਣਾ ਸੋਢੀ ਚੁਣੌਤੀ ਆ, ਵਰਦੇਵ ਮਾਨ ਚੁਣੌਤੀ ਆ ਜਾਂ ਮਲਕੀਤ ਥਿੰਦ ਚੁਣੌਤੀ ਆ? ਮੇਰੇ ਲਈ ਕੋਈ ਵੀ ਚੁਣੌਤੀ ਨਹੀਂ ਹੈ, ਮੈਂ ਇਸ ਨੂੰ ਚੁਣੌਤੀ ਨਹੀਂ ਮੰਨੂਗਾ। ਮੇਰਾ ਕੰਪੀਟੀਸ਼ਨ ਨਾ ਤਾਂ ਰਾਣਾ ਸੋਢੀ ਨਾਲ ਹੈ, ਨਾ ਮੇਰਾ ਕੰਪੀਟੀਸ਼ਨ ਇੱਥੋਂ ਦੇ ਮਾਨ ਸਾਹਿਬ ਜੋ ਨੋਨੀ ਮਾਨ ਜੀ ਨੇ ਉਹਨਾਂ ਨਾਲ ਹੈ, ਔਰ ਨਾ ਹੀ ਮੈਂ ਆਮ ਆਦਮੀ ਨੂੰ ਆਪਣਾ ਕੋਈ ਵਿਰੋਧੀ ਜਾਂ ਮੈਂ ਕੰਪੀਟੀਸ਼ਨ ਮੰਨੂਗਾ। ਮੇਰਾ ਇੱਕ ਆਪਦਾ ਸੰਘਰਸ਼ ਹੈ, ਮੇਰਾ ਸੰਘਰਸ਼ ਹੈ ਕਿ ਆਪਣੇ ਲੋਕਾਂ ਨੂੰ ਇਸ ਜਿਹੜੀ ਰਾਜਨੀਤੀ, ਜਿਹੜੀ ਇੱਕ ਸਟੇਟ ਚਲਾ ਰਹੀ ਹੈ, ਜਿਸ ਨੂੰ ਜਿਹਦੇ ਪਿੱਛੇ ਇੱਕ ਬਹੁਤ ਵੱਡੀ ਸਟੇਟ ਬੈਠੀ ਆ, ਜਿਹਨੇ 70 ਸਾਲ ਤੋਂ ਉਸ ਪੋਲਿਟਿਕਸ ਨੂੰ ਬੰਨਿਆ ਹੋਇਆ ਹੈ, ਚਾਹੇ ਕੋਈ ਵੀ ਉੱਥੋਂ ਨਿਕਲੇ ਉਹਨਾਂ ਨੂੰ ਹੁਕਮ ਉੱਪਰੋਂ ਆਉਂਦਾ ਹੈ। ਤੁਸੀਂ ਦੇਖਿਆ ਹੋਊਗਾ ਕੱਲ ਕਿ ਜਿਹੜਾ ਪੰਜਾਬ ਦੇ ਵਿੱਚ ਜੋ ਹੋਇਆ, ਇੱਕ CM ਜਿਹੜਾ ਉਹਨੂੰ ਐਲਾਨਣ ਵਾਸਤੇ ਇੱਥੇ ਕੀ ਤਮਾਸ਼ਾ ਹੋਇਆ, ਕਿੱਦਾਂ ਪੰਜਾਬੀਆਂ ਦਾ ਇੱਕ ਮਜ਼ਾਕ ਬਣਾਇਆ ਗਿਆ ਉਸ ਦਿੱਲੀ ਵੱਲੋਂ, ਕਿਉਂਕਿ ਸਾਰੇ ਜਿੰਨੇ ਕਹਿੰਦੇ ਕਹਾਉਂਦੇ ਲੀਡਰ ਸੀ ਉਹ ਐਲਾਨ ਕੁਝ ਕਰ ਰਹੇ ਸੀ, ਹੁਕਮ ਕੁਝ ਔਰ ਆਉਂਦਾ ਸੀ।
VOTING ਤੇ ਜੇ ਗੱਲ ਚੱਲੀ ਤਾਂ ਇੱਕ ਪੰਜਾਬ ਦੇ ਜਿਹੜੀ ਇਹਨਾਂ ਦੀ ਕਾਂਗਰਸ ਕੈਬਨਿਟ ਹੈ ਉਹਨਾਂ ਨੇ VOTING ਕੀਤੀ ਸੁਨੀਲ ਕੁਮਾਰ ਜਾਖੜ ਜੀ ਨੂੰ, ਜੋ ਕਿ ਇੱਕ ਹਿੰਦੂ ਚਿਹਰਾ ਹੈ। ਇਹ ਕਹਿ ਰਹੇ ਸੀ ਪੰਜਾਬ ਹਿੰਦੂ ਚਿਹਰਾ ਅਸੈਪਟ ਨਹੀਂ ਕਰਦਾ। 42 ਤੋਂ 43 ਵੋਟਸ ਉਹਨਾਂ ਨੂੰ ਪਈਆਂ ਕਿ ਸਾਨੂੰ ਸੁਨੀਲ ਜਾਖੜ ਜੀ ਚਾਹੀਦੇ ਨੇ। ਸਟੇਟ ਕਹਿ ਰਹੀ ਆ ਨਹੀਂ ਸਾਨੂੰ ਨਹੀਂ, ਰੰਧਾਵਾ ਸਾਹਿਬ ਲਿਆਓ। ਸਾਰਾ ਮੀਡੀਆ ਰੰਧਾਵਾ ਸਾਹਿਬ ਦਾ ਐਲਾਨ ਕਰ ਦਿੰਦਾ ਹੈ, ਉਹਨਾਂ ਦੇ ਹੱਥ 'ਚ ਈਮੇਲ ਲੈਟਰ ਆ ਜਾਂਦੀ ਹੈ ਕਿ ਤੁਸੀਂ CM ਹੋ, ਐਲਾਨ ਹੁੰਦਾ, ਲੱਡੂ ਵੰਡੇ ਜਾਂਦੇ ਆ, ਫਿਰ ਪੋਲਿਟਿਕਸ ਚੱਲਦੀ ਹੈ। ਸੋ ਇਹ ਹੈ, ਅਸੀਂ ਪੰਜਾਬੀ ਜਿਹੜੇ ਸਾਡੇ ਇੱਥੋਂ ਦੇ ਹੁਕਮਰਾਨ ਨੇ ਇਹ ਵਜ਼ੀਰ ਨੇ, ਇਹ ਬਾਦਸ਼ਾਹ ਨਹੀਂ ਹੈ। ਲੇਕਿਨ ਸਾਡੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਪਾਤਸ਼ਾਹੀ ਦਾਵਾ ਦਿੱਤਾ। ਅਸੀਂ ਉਦੋਂ ਹੀ ਇੱਥੇ ਰਾਜ ਆਪਣੀ ਗੱਲ, ਆਪਣੇ ਲੋਕਾਂ ਦੀ ਗੱਲ ਕਰ ਸਕਾਂਗੇ, ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਸਕਾਂਗੇ, ਉਹਨਾਂ ਨੂੰ ਬਚਾ ਸਕਾਂਗੇ ਜਦੋਂ ਸਾਡੇ ਕੋਲ ਪਾਤਸ਼ਾਹੀ ਦਾਵਾ ਆਇਆ, ਜਦੋਂ ਸਾਡੇ ਕੋਲ ਬਾਦਸ਼ਾਹੀ ਆਈ। ਸਾਡੇ ਲੀਡਰ ਤਾਂ ਇੱਕ ਵਜ਼ੀਰ ਨੇ, ਇਹ ਤਾਂ ਜਾ ਕੇ ਦਿੱਲੀ ਤੋਂ ਵਜ਼ੀਰੀਆਂ ਲੈਂਦੇ ਨੇ, ਵਜ਼ੀਰੀਆਂ ਇਹਨਾਂ ਨੂੰ ਮਿਲਦੀਆਂ, ਵਜ਼ੀਰੀ ਪਿੱਛੇ ਕੁਝ ਵੀ ਕਰ ਸਕਦੇ ਨੇ। ਅੱਜ ਇਹਨਾਂ ਨੂੰ ਜੋ ਹੁਕਮ ਦਿੱਲੀ ਕਰੂਗੀ ਇਹਨਾਂ ਨੇ ਉਹ ਹੁਕਮ ਤੇ ਇੱਥੇ ਕਰਨਾ ਹੈ। ਜਿਹੜਾ ਇਹਨਾਂ ਦੇ ਹੁਕਮ ਦੀ ਅਬਦੁੱਲੀ ਕਰੂਗਾ ਉਹਨੂੰ ਲਾ ਕੇ ਉਹਨਾਂ ਨੇ ਪਾਸੇ ਮਾਰਨਾ। ਕੈਪਟਨ ਸਾਹਿਬ ਦੇ ਨਾਲ ਇਹ ਚੀਜ਼ ਹੋਈ ਹੈ ਔਰ ਉਸ ਤੋਂ ਪਹਿਲਾਂ ਵੀ ਇਹ ਚੀਜ਼ਾਂ ਹੋਈਆਂ। ਸੋ ਇਹ ਲੋਕ ਕਦੀ ਵੀ ਸਾਡਾ ਭਲਾ ਨਹੀਂ ਕਰ ਸਕਦੇ, ਦਿੱਲੀ ਸਾਡਾ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਅਸੀਂ ਇਸ ਚੀਜ਼ ਨੂੰ ਲੋਕਾਂ ਦੇ ਉੱਤੇ ਲੈ ਕੇ ਜਾਵਾਂਗੇ। ਅੱਜ ਵੀ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਹਾਂ ਔਰ ਇਹ ਲੀਡਰ ਜਿਹੜੀ ਸਟੇਟ ਦੇ ਨਾਲ ਅਸੀਂ ਲੜਾਈ ਲੜ ਰਹੇ ਹਾਂ, ਜਿਸ ਕੇਂਦਰ ਦੇ ਨਾਲ ਲੜਾਈ ਲੜ ਰਹੇ ਹਾਂ, ਉਸੇ ਸਟੇਟ ਤੋਂ ਸਾਨੂੰ ਹੁਕਮ ਆ ਰਿਹਾ ਕਿ ਤੁਹਾਡਾ ਚੀਫ ਮਿਨਿਸਟਰ ਇਹ ਲਾ ਦਿੱਤਾ ਗਿਆ ਹੈ, ਸਾਡੇ ਕਾਇਦੇ ਕਾਨੂੰਨ ਬਦਲੇ ਜਾ ਰਹੇ ਆ। ਜੇਕਰ ਚੰਨੀ ਸਾਹਿਬ ਜਿਹੜੇ ਕੱਲ CM ਲਾਏ ਗਏ ਨੇ ਉਹ ਇੱਕ ਸਿੱਖ ਚਿਹਰਾ ਨੇ, ਕਾਂਗਰਸ ਨੇ ਖੁਦ ਕਿਹਾ ਕਿ ਇੱਥੇ ਸਿੱਖ ਚਿਹਰੇ ਨੂੰ ਲਾ ਦਿੱਤਾ ਜਾਵੇ, ਲੇਕਿਨ ਹਿੰਦੂਤਵਾ ਜਿਹੜਾ ਮੀਡੀਆ ਹੈ ਉਹ ਹੁਣ ਤੱਕ ਉਸ ਨੂੰ ਦਲਿਤ ਉਭਾਰ ਰਿਹਾ ਹੈ। ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ। ਸਿੱਖ ਦੇ ਵਿੱਚ ਕੋਈ ਜਾਤ-ਪਾਤ ਨਹੀਂ, ਜਾਣ ਬੁੱਝ ਕੇ ਹਿੰਦੂਤਵੀ ਤਾਕਤਾਂ ਆਪਣਾ ਉਭਾਰ ਕਰ ਰਹੀਆਂ ਨੇ ਔਰ ਸਾਡੇ ਇਸ ਖਿੱਤੇ ਦੇ ਵਿੱਚ ਜਿੱਥੇ ਬਰਾਬਰਤਾ ਸੀ, ਲੋਕਾਂ ਦੇ ਵਿੱਚ ਕੋਈ ਜਾਤ-ਪਾਤ, ਕੋਈ ਉਹ ਭੇਦਭਾਵ ਨਹੀਂ ਸੀ, ਉਹਨੂੰ ਉਭਾਰ ਰਹੀਆਂ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੰਭੀਰ ਮਿਲ ਸਕਦੇ ਆ। ਇੱਥੇ ਭਾਜਪਾ, RSS ਵਰਗੀਆਂ ਤਾਕਤਾਂ ਇਸੇ ਜਾਤ-ਪਾਤ ਦੇ ਆਧਾਰ ਤੇ ਇੱਥੇ ਫਿਰਕੂ ਰੰਗਤ ਦੇ ਕੇ ਲੋਕਾਂ ਦੇ ਵਿੱਚ ਦੰਗੇ ਕਰਵਾ ਕੇ ਇਸ ਖਿੱਤੇ ਨੂੰ ਜਿਹੜਾ ਬਰਬਾਦੀ ਦੇ ਰਾਹ ਤੇ ਪਾ ਸਕਦੀਆਂ। ਚਰਨਜੀਤ ਚੰਨੀ ਦੀ ਗੱਲ ਕੀਤੀ ਆ ਤੁਸੀਂ, ਮੁੱਖ ਮੰਤਰੀ ਲਾਇਆ ਜਾ ਰਿਹਾ ਚਰਨਜੀਤ ਚੰਨੀ। ਪਹਿਲੇ ਦਿਨ ਬੜੇ ਵੱਡੇ ਐਲਾਨ ਕਰ ਦਿੱਤੇ ਗਏ ਆ। ਹਾਂਜੀ, ਪੰਜਾਬ ਸਰਕਾਰ ਨਵੇਂ ਮੁੱਖ ਮੰਤਰੀ ਬੰਦੇ ਸਾਰ ਐਲਾਨ ਕੀਤੇ ਗਏ ਆ। ਇੱਕ ਪਾਸੇ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਕਹਿ ਰਿਹਾ ਵੀ ਸਾਡੇ ਕੋਲ ਖਜ਼ਾਨਾ ਖਾਲੀ ਆ, ਕਹਿੰਦੇ ਰੇਤਾ ਮਾਫ ਕਰਤਾ, ਹਨਾ, ਹੋਰ ਬਹੁਤ ਕੁਝ ਮਾਫ ਕਰਤਾ, ਬਿਜਲੀ ਦੇ ਬਿੱਲ ਜਿਹੜੇ ਪਿਛਲੇ ਮਾਫ ਕੇ ਸਰਕਾਰ ਤੇ ਬੋਝ ਬਣ ਗਿਆ, ਪੈਸੇ ਦਾ ਹੋਰ ਬੋਝ ਬਣ ਗਿਆ। ਇਹਦਾ ਸੋਰਸ ਕੀ ਹੈ, ਕਿੱਦਾਂ ਚੱਲ ਪਊਗਾ, ਕੀ ਮੰਨਦੇ ਹੋ? ਸੋਰਸਸ ਦੇਖੋ, ਜੋ ਵੀ ਇਹ ਕੁਝ ਹੋਇਆ ਹੈ ਇੱਕ ਸਾਰੀ ਪੋਲਿਟਿਕਸ ਹੈ। ਇਸ ਦੇ ਜਿਹੜੇ ਰਿਜ਼ਲਟਸ ਨੇ ਉਹ ਸਾਡੇ ਲੋਕਾਂ ਨੂੰ, ਸਾਨੂੰ, ਤੁਹਾਨੂੰ ਆਉਣ ਵਾਲੇ 3-4 ਮਹੀਨਿਆਂ 'ਚ ਪਤਾ ਲੱਗਣਗੇ ਕਿ ਇਹ ਹੋਇਆ ਕਿਉਂ ਆ, ਕਿਉਂ ਕੈਪਟਨ ਸਾਹਿਬ ਨੇ ਅਸਤੀਫਾ ਦਿੱਤਾ, ਕਿਉਂ ਉੱਥੇ ਇਹ ਚੀਜ਼ ਹੋਈ, ਕਿਉਂਕਿ ਹਜੇ ਵੀ ਉਹਨਾਂ ਦੇ ਵਿੱਚ ਨਾਰਮਲ ਚੱਲ ਰਿਹਾ। ਸੋ ਇਹ ਚੀਜ਼ਾਂ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗਣਗੀਆਂ। ਲੇਕਿਨ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਸਰਕਾਰ ਦੇ ਕੋਲ ਖਜ਼ਾਨਾ ਖਾਲੀ ਹੈ, ਬਿਲਕੁਲ ਖਾਲੀ ਹੈ। ਅੱਜ ਪੰਜਾਬ ਦੇ ਉੱਤੇ ਕਰੋੜਾਂ ਦਾ, ਅਰਬਾਂ ਦਾ ਜਿਹੜਾ ਵਾ ਕਰਜ਼ਾ ਹੈ। ਪੰਜਾਬ ਕਰਜ਼ਾਈ ਹੈ, ਕਿਸ਼ਤਾਂ ਨਾਲ ਆਪਣੇ ਪੈਸੇ ਉਤਾਰਦਾ, ਵਿਆਜ ਭਰ ਰਿਹਾ, ਕਿਸ਼ਤਾਂ ਤਾਂ ਦੇ ਹੀ ਨਹੀਂ ਜਾ ਰਹੀਆਂ, ਵਿਆਜ ਦੇ ਰਿਹਾ ਉਹਨਾਂ ਨੂੰ। ਸੋ ਇਹਨਾਂ ਦੇ ਕੋਲ ਉਹ ਤਾਂ ਨਹੀਂ ਹੈ, ਲੇਕਿਨ ਇਲੈਕਸ਼ਨ ਲੜਨ ਲਈ ਇਹਨਾਂ ਦੇ ਕੋਲ ਕਾਲਾ ਧਨ ਜਿਹੜਾ ਹੈ ਉਹ ਬੇਸ਼ੁਮਾਰ ਪਿਆ ਹੈ, ਉਸ ਨੂੰ ਇਹ ਅੱਜ ਵਰਤਣਗੇ। ਉਸ ਦੇ ਵਿੱਚ ਇਹਨਾਂ ਨੇ ਰੇਤਾ ਮਾਫੀਆ, ਹਰ ਇੱਕ ਦੇ ਜਿਹੜਾ ਇੱਥੇ ਡਰੱਗਸ ਮਾਫੀਆ ਚੱਲਦਾ ਹੈ, ਬਾਰਡਰ ਏਰੀਆ ਹੈ, ਸਭ ਤੋਂ ਜ਼ਿਆਦਾ ਸਮਗਲਿੰਗ ਇੱਥੇ ਉਹ ਨੇਤਾ ਇੱਥੇ ਬਿਠਾਏ ਜਾਂਦੇ ਨੇ ਸੈਂਟਰ ਵੱਲੋਂ, ਏਜੰਸੀਜ਼ ਵੱਲੋਂ, ਜਿਹੜੇ ਇੱਥੇ ਖੁੱਲ੍ਹੇ ਤੌਰ ਤੇ ਸਮਗਲਿੰਗ ਕਰਦੇ ਨੇ, ਜਿਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਨਾਲ ਵੀ ਨੇ, ਜੇ ਇੱਥੋਂ ਤੱਕ ਕਿ ਉਹਨਾਂ ਦੇ ਸਬੰਧ ਇੰਡੀਆ ਦੇ ਵਿੱਚ ਜਿਹੜੀਆਂ ਇੱਥੇ ਵੀ ਲੱਗੀਆਂ ਹੋਈਆਂ ਆਦਿ ਜਿਹੜੇ ਆਪਣੇ ਫੈਕਟਰੀਜ਼ ਨੇ, ਉੱਥੋਂ ਵੀ ਨਸ਼ਾ ਬਣ ਕੇ ਆ ਰਿਹਾ। ਇਹ ਲੋਕ ਸਮਗਲਿੰਗ ਕਰਦੇ ਨੇ। ਹੋਰ ਲੁੱਟਾਂ ਖੋਹਾਂ, ਅੱਜ ਸਾਡੇ ਸ਼ਹਿਰਾਂ ਦੀ ਹਾਲਤ ਦੇਖੋ। ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਦਿਨ ਹੋਵੇ ਜਦੋਂ ਸਾਡੇ ਬਾਜ਼ਾਰਾਂ ਦੇ ਵਿੱਚ ਲੁੱਟ ਖੋਹ ਦੀ ਵਾਰਦਾਤ ਨਾ ਹੋ ਰਹੀ ਹੋਵੇ, ਲੇਕਿਨ ਨਾ ਤਾਂ ਉਹਨਾਂ ਨੂੰ ਪੁਲਿਸ ਫੜ ਪਾ ਰਹੀ ਹੈ, ਕੋਈ ਉਹਨਾਂ ਤੇ ਐਕਸ਼ਨ ਨਹੀਂ। ਲਗਾਤਾਰ ਲੁੱਟਾਂ ਖੋਹਾਂ ਦਾ ਸਿਲਸਿਲਾ ਜਾਰੀ ਹੈ, ਸਮਗਲਿੰਗ ਵੱਡੇ ਤੌਰ ਤੇ ਹੋ ਰਹੀ ਹੈ, ਰੇਤਾ ਦਾ ਹੋਰ ਜਿਹੜੀ ਤੁਸੀਂ ਕਹਿ ਲਓ ਟਰਾਂਸਪੋਰਟ, ਅਨੇਕਾਂ ਜਿਹੜੇ ਵਿਭਾਗ ਇਹਨਾਂ ਨੇ ਦੱਬੇ ਹੋਏ ਆ। ਹਰ ਚੀਜ਼ ਨੂੰ ਇਹਨਾਂ ਨੇ ਆਪਣਾ ਇੱਕ ਬਿਜ਼ਨਸ ਬਣਾ ਲਿਆ। ਰਾਜਨੀਤੀ ਨੂੰ ਇਹਨਾਂ ਘਰਾਣਿਆਂ ਨੇ ਇੱਕ ਬਿਜ਼ਨਸ ਬਣਾਇਆ, ਇਨਵੈਸਟ ਕਰਦੇ ਆ 5 ਸਾਲ ਬਾਅਦ, ਜਿਹੜਾ ਕਾਲਾ ਪੈਸਾ ਕਮਾਇਆ ਹੁੰਦਾ ਹੈ, ਲੋਕਾਂ ਦੀ ਲੁੱਟ ਖੋਹ ਕੀਤੀ ਹੁੰਦੀ ਆ, ਬੈਂਕ ਫਰਾਡ ਕੀਤੇ ਹੁੰਦੇ ਆ, ਠੱਗੀਆਂ ਕੀਤੀਆਂ ਹੁੰਦੀਆਂ, ਨਕਲੀ ਕੰਪਨੀਆਂ ਖਿਲਾ ਕੇ ਲੋਕਾਂ ਦਾ ਪੈਸਾ ਖਿੱਚਿਆ ਹੁੰਦਾ, ਉਸ ਪੈਸੇ ਨੂੰ ਇਲੈਕਸ਼ਨ ਦੇ ਟਾਈਮ ਵਰਤ ਕੇ ਇਹ ਲੋਕ ਨਕਲੀ ਕੰਪਨੀ ਦੀ ਗੱਲ ਕੀਤੀ ਆ, ਕਿੰਨਾ ਤੇ ਇਸ਼ਾਰਾ ਤੁਹਾਡਾ ਕਿੱਧਰ ਜਾ ਰਿਹਾ?
ਇੱਥੇ ਸਾਡੀ ਨਿਗਾਹ ਦੇ ਵਿੱਚ ਪਿਛਲੇ ਜਿਹੜੇ 10 ਸਾਲ ਨਿਕਲੇ ਨੇ ਉਹਦੇ ਵਿੱਚ ਸਾਡੇ ਕੋਲ ਇੱਥੇ ਇੱਕ ਜਿਹੜੀ ਚਿੱਟ ਫੰਡ ਕੰਪਨੀਆਂ ਆਈਆਂ, ਉਹਨਾਂ ਦੇ ਆਗੂ ਅੱਜ ਉਹਨਾਂ ਤੋਂ ਪੀੜਿਤ ਲੋਕ ਸਾਨੂੰ ਮਿਲਦੇ ਨੇ, ਜਿਹਦੇ ਵਿੱਚ ਮੇਰੇ ਖਿਆਲ ਇਸ ਫਿਰੋਜ਼ਪੁਰ ਏਰੀਆ ਦੇ ਵਿੱਚ ਇੱਕ ਕਰਾਊਨ ਨਾਮ ਦੀ ਕੰਪਨੀ ਹੈ, ਟ੍ਰੇਡ ਨੈਕਸਟ ਕੰਪਨੀ ਸੀ, ਜਿਹੜੀ ਇੱਥੋਂ ਦੇ ਪੰਜਾਬ ਦੇ ਲੋਕਾਂ ਦਾ 2800 ਕਰੋੜ ਰੁਪਈਆ ਲੈ ਕੇ ਫਰਾਰ ਹੋ ਗਈ। ਲੇਕਿਨ ਅੱਜ ਤੱਕ ਉਹ ਲੋਕ ਨਹੀਂ ਫੜੇ ਜਾ ਰਹੇ। ਇੱਥੋਂ ਦੀ ਸਟੇਟ ਦਾ ਪੈਸਾ ਕਿੱਧਰ ਚਲਾ ਗਿਆ ਉਹ ਕੁਝ ਵੀ ਪਤਾ ਨਹੀਂ। ਇਦਾਂ ਦੀਆਂ ਅਨੇਕਾਂ ਕੰਪਨੀਆਂ ਖੁੱਲਦੀਆਂ ਨੇ ਔਰ ਉਹਨਾਂ ਕੰਪਨੀਆਂ ਦੇ ਸਬੰਧ ਇਹਨਾਂ ਲੀਡਰਾਂ ਦੇ ਘਰਾਣਿਆਂ ਦੇ ਨਾਲ ਜੁੜਦੇ ਨੇ। ਸੋ ਇਦਾਂ ਦੀਆਂ ਠੱਗੀਆਂ ਸਾਡੇ ਲੋਕਾਂ ਦੇ ਨਾਲ ਹੁੰਦੀਆਂ ਨੇ। ਹਲਕੇ ਦੇ ਲੋਕਾਂ 'ਚ ਕਿਹੜਾ ਮੁੱਦਾ ਲੈ ਕੇ ਜਾਓਗੇ ਜਿਸ ਕਰਕੇ ਲੋਕ ਤੁਹਾਨੂੰ ਵੋਟ ਕਰਨ? ਐਕਚੁਅਲੀ ਬਾਈ ਜੀ, ਸਾਡੇ ਕੋਲ ਮੁੱਦਿਆਂ ਦੀ ਕੋਈ ਉਹ ਨਹੀਂ ਹੈਗੀ। ਗੱਲ ਇਹ ਹੈ ਕਿ ਅੱਜ ਲੋਕਾਂ ਨੂੰ ਨੀਡ ਕਿਸ ਚੀਜ਼ ਦੀ ਹੈ, ਕਿਉਂਕਿ ਅੱਜ ਸਾਡੇ ਲੋਕ ਚਾਹੁੰਦੇ ਕੀ ਨੇ। ਅੱਜ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ ਬੇਰੋਜ਼ਗਾਰੀ। ਬੇਰੋਜ਼ਗਾਰੀ ਸਾਨੂੰ ਹਰ ਚੀਜ਼ ਦੇ ਵਿੱਚ ਧਕੇਲ ਰਹੀ ਆ। ਇੱਥੋਂ ਦੇ ਲੋਕਾਂ ਨੂੰ ਜਿਹੜਾ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ, ਸਾਡਾ ਸਿੱਖਿਆ ਢਾਂਚਾ ਬਿਲਕੁਲ ਖਤਮ ਕਰ ਦਿੱਤਾ, ਉਹਨੂੰ ਤਹਿਸ ਨਹਿਸ ਕਰ ਦਿੱਤਾ ਔਰ ਲੋਕ ਬੇਰੋਜ਼ਗਾਰ ਹੋ ਰਹੇ ਨੇ। ਆਮ ਘਰਾਂ ਦੇ ਬੱਚੇ ਜਿਹੜੇ ਨੇ ਬੇਰੋਜ਼ਗਾਰੀ ਤੋਂ ਬਾਅਦ ਉਹ ਨਸ਼ਿਆਂ ਦੇ ਵਿੱਚ ਫਸ ਰਹੇ ਨੇ। ਨਸ਼ਿਆਂ ਦੇ ਵਿੱਚ ਫਸਣ ਕਾਰਨ ਜਦੋਂ ਉਹਨਾਂ ਦਾ ਨਸ਼ਾ ਪੂਰਾ ਨਹੀਂ ਹੁੰਦਾ, ਉਹ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਆ। ਇੱਕ ਜਗ੍ਹਾ ਤੋਂ ਕ੍ਰਾਈਮ ਜਿਹੜਾ ਵਾ ਇੱਕ ਮੁੱਢ ਬਣਦਾ, ਉਹ ਕ੍ਰਾਈਮ ਦੇ ਵਿੱਚ ਬਦਲਦਾ ਜਾ ਰਿਹਾ ਹੈ। ਉਥੋਂ ਅੱਗੇ ਦੀ ਅੱਗੇ ਕਤਲ ਤੱਕ ਹੋ ਰਹੇ ਆ, ਵਾਰਦਾਤਾਂ ਹੋ ਰਹੀਆਂ। ਇਹੀ ਸਾਡੇ ਲੋਕ ਜਿਹੜੇ ਆ ਗਲਤ ਸੰਗਤ ਦੇ ਵਿੱਚ ਫਸ ਰਹੇ ਆ। ਸੋ ਇਹ ਬਹੁਤ ਵੱਡੇ ਮੁੱਦੇ ਨੇ ਕਿ ਇੱਥੋਂ ਦੀ ਨੌਜਵਾਨੀ ਨੂੰ ਸਾਂਭੀਏ ਕਿੱਦਾਂ। ਜਿਹੜੀ ਨੌਜਵਾਨੀ ਅੱਜ ਆਪਣਾ ਇਹ ਮੁਲਕ ਜਿਹੜਾ, ਆਪਣੀ ਧਰਤੀ, ਆਪਣੇ ਮਾਪਿਓ ਨੂੰ ਛੱਡਣ ਨੂੰ ਮਜਬੂਰ ਹੋ ਰਹੀ ਆ ਔਰ ਵਿਦੇਸ਼ਾਂ 'ਚ ਜਾ ਕੇ ਜਿਹੜੇ ਗੋਰੇ ਨੂੰ ਇੱਥੋਂ 200 ਸਾਲ ਜਿਹੜਾ ਜ਼ੋਰ ਲਾ ਕੇ ਸ਼ਹੀਦੀਆਂ ਦੇ ਕੇ ਕੁਰਬਾਨੀਆਂ ਕਰਕੇ ਇੱਥੋਂ ਕੱਢਿਆ ਕਿ ਅਸੀਂ ਚੰਗਾ ਆਪਦਾ ਜੀਵਨ ਬਣਾ ਸਕੀਏ, ਚੰਗੀ ਇੱਥੇ ਆਪਦਾ ਖਿੱਤਾ ਵਸਾ ਸਕੀਏ, ਅੱਜ ਸਾਡੇ ਲੋਕ ਫੇਰ ਮਜਬੂਰ ਹੋ ਰਹੇ ਆ ਕਿ ਆਪਦੀ ਇਹ ਜ਼ਮੀਨ ਛੱਡ ਕੇ ਉਹਨਾਂ ਦੀ ਗੁਲਾਮੀ ਕਰਨ ਨੂੰ। ਸਾਡੇ ਲਈ ਸਭ ਤੋਂ ਵੱਡਾ ਚੈਲੰਜ ਔਰ ਅਸੀਂ ਇਹ ਮੁੱਦਾ ਲੈ ਕੇ ਜਾਵਾਂਗੇ ਕਿ ਅਸੀਂ ਆਪਣੀ ਨੌਜਵਾਨੀ ਕਿੱਦਾਂ ਸਾਂਭਣੀ ਹੈ। ਹਰ ਮਾਂ-ਬਾਪ, ਹਰ ਇਨਸਾਨ ਦਾ ਇੱਕ ਸੁਪਨਾ ਹੈ ਕਿ ਉਹਨਾਂ ਦੀ ਔਲਾਦ ਜਿਹੜੀ ਆ ਉਹ ਇੱਥੇ ਵਸੇ, ਵਧੇ, ਫੁੱਲੇ। ਸੋ ਅਸੀਂ ਸਭ ਤੋਂ ਵੱਡਾ ਮੁੱਦਾ ਇਹ ਸਮਝਾਂਗੇ। ਉਸ ਤੋਂ ਜਿਹੜਾ ਸਾਡੇ ਲਈ ਸਭ ਤੋਂ ਮੇਨ ਹੈ ਉਹ ਹੈ ਬਰਗਾੜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜੋ ਹਜੇ ਤੱਕ ਵੀ ਲਗਾਤਾਰ ਜਾਰੀ ਆ, ਚਾਹੇ ਉਹ ਬਾਦਲ ਦਲ ਦੀ ਸਰਕਾਰ ਰਹੀ ਹੋਵੇ, ਚਾਹੇ ਉਹ ਕਾਂਗਰਸ ਦੀ, ਲੇਕਿਨ ਸਾਡੇ ਗੁਰੂ ਸਾਹਿਬ ਦੀ ਬੇਅਦਬੀਆਂ ਦਾ ਸਿਲਸਿਲਾ ਜਿਹੜਾ ਨਹੀਂ ਰੁਕਿਆ। ਕਾਂਗਰਸ ਸਰਕਾਰ ਆਉਣ ਤੋਂ ਪਹਿਲਾਂ ਕਹਿੰਦੇ ਸੀ ਬਰਗਾੜੀ ਮੁੱਦੇ ਨੂੰ ਖਤਮ ਕਰ ਦਿੱਤਾ ਜਾਊਗਾ। ਹਾਂਜੀ, ਅੱਜ 4.5 ਸਾਲ ਦੀ ਸਰਕਾਰ ਬੀਤ ਗਈ। ਕੱਲ ਵੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸੀ ਮੀਡੀਆ ਦੇ ਵਿੱਚ। ਕੀ ਤੁਹਾਨੂੰ ਲੱਗਦਾ ਕਿ ਬਰਗਾੜੀ ਮੁੱਦੇ ਦਾ ਮਸਲਾ ਹੱਲ ਹੋ ਪਾਊਗਾ? ਸਾਨੂੰ ਤਾਂ ਉਮੀਦ ਜਿਹੜੀ ਆ, ਤੁਸੀਂ ਸੱਚ ਪੁੱਛੋ ਤਾਂ ਨਹੀਂ ਰਹੀ ਇਹਨਾਂ ਸਰਕਾਰਾਂ ਤੋਂ, ਕਿਉਂਕਿ ਜਦੋਂ ਤੱਕ ਇੱਕ ਮੁੱਦੇ ਦਾ ਇਨਸਾਫ ਲੈਣ ਦੀ ਵਾਰੀ ਆਉਂਦੀ ਉਦੋਂ ਤੱਕ ਦੂਸਰੀ ਬੇਅਦਬੀ ਉਸ ਤੋਂ ਵੱਡੀ ਔਰ ਘਿਨੌਣੀ ਕਰ ਦਿੱਤੀ ਜਾਂਦੀ ਆ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਉਹ ਬਰਗਾੜੀ ਮੋਰਚੇ ਦੇ ਵਿੱਚ ਆਏ ਸੀ, ਆਪਣੇ 5 ਸਾਥੀਆਂ ਦੇ ਨਾਲ, ਮੰਤਰੀਆਂ ਦੇ ਨਾਲ ਆਏ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਸੰਗਤ ਨੂੰ ਇਹ ਭਰੋਸਾ ਦਿਵਾਇਆ ਔਰ ਸਹੁੰ ਚੱਕੀ ਕਿ ਅਸੀਂ ਇਨਸਾਫ ਦਿਵਾਵਾਂਗੇ, ਪਰ ਉਹ ਫੇਲ ਹੋਏ। ਚਾਹੇ ਅੱਜ ਉਸ ਦਾ ਅੰਜਾਮ ਉਹਨਾਂ ਨੂੰ ਭੁਗਤਣਾ ਪਿਆ। ਅੱਜ ਉਹਨਾਂ ਦਾ ਜਿਹੜਾ ਸੀਐਮ ਸੀ, ਜਿਸ ਨੇ ਸੰਗਤ ਦੇ ਵਿੱਚ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਹੀ ਸੀ, ਜਿਸ ਦਿਨ ਉਹ ਗੱਲ ਕਹੀ ਸੀ ਉਸੇ ਹੀ ਤਰੀਕ ਨੂੰ, ਕੁਝ ਸਾਲਾਂ ਬਾਅਦ ਉਸੇ ਹੀ ਤਰੀਕ ਨੂੰ ਉਹ ਜਿਹੜਾ ਸੀਐਮ ਆ ਉਹ ਉੱਥੋਂ ਲੈ ਗਿਆ ਹੈ। ਲੇਕਿਨ ਹੁਣ ਜਿਹੜੇ ਚੰਨੀ ਸਾਹਿਬ ਸੀਐਮ ਬਣੇ ਨੇ ਦੁਬਾਰਾ, ਚਾਹੇ ਅੱਜ ਕਾਂਗਰਸ ਨੇ ਇਸ ਨੂੰ ਇੱਕ ਗੁਰੂ ਸਾਹਿਬ ਦੀ ਬੇਅਦਬੀ ਵਜੋਂ ਲਿਆ ਹੈ, ਲੇਕਿਨ 4 ਸਾਲ ਇਹ ਲੋਕ ਕਿੱਥੇ ਸੀ? ਇਹਨਾਂ ਲੋਕਾਂ ਨੇ ਉਦੋਂ ਤੱਕ ਅਸਤੀਫੇ ਕਿਉਂ ਨਹੀਂ ਦਿੱਤੇ ਕਿ ਜਦੋਂ ਇਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਸੀ? 3 ਮਹੀਨੇ ਰਹਿ ਗਏ ਆ। 3 ਮਹੀਨਿਆਂ ਦੇ ਵਿੱਚ ਜੇਕਰ ਇਨਸਾਫ ਦੇ ਦਿੰਦੇ ਆ ਤਾਂ ਚੰਗੀ ਗੱਲ ਹੋਊਗੀ, ਪਰ ਬਹੁਤ ਔਖਾ ਹੈ ਕਿ 3 ਮਹੀਨਿਆਂ ਦੇ ਵਿੱਚ ਇਹ ਲੋਕ ਜਿਹੜਾ ਇਨਸਾਫ ਦੇ ਦੇਣ, ਜਿਹੜਾ ਬੇਅਦਬੀ ਹੋਈ ਹੈ। ਔਰ ਜੇਕਰ ਇਹ ਇਨਸਾਫ ਨਾ ਦੇ ਸਕੇ ਤਾਂ ਸਾਨੂੰ ਇਹ ਹੈ ਕਿ ਇਹ ਦੁਬਾਰਾ ਬੇਅਦਬੀ ਦੇ ਉੱਤੇ ਰਾਜਨੀਤੀ ਕਰੀ ਜਾ ਰਹੇ ਆ। ਹੋ ਸਕਦਾ ਕੱਲ ਨੂੰ ਇਹ ਬਿਆਨ ਵੀ ਦੇ ਦੇਣ ਕਿ ਸਾਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ। ਸੋ ਗੁਰੂ ਸਾਹਿਬ ਦੇ ਇਨਸਾਫ ਲਈ ਤੁਸੀਂ ਮੌਕੇ ਭਾਲ ਰਹੇ ਹੋ, 5-5 ਸਾਲ ਤੁਸੀਂ ਆਨੰਦ ਮਾਣ ਰਹੇ ਹੋ। ਸਿੱਧੂ ਸਾਹਿਬ ਬੇਅਦਬੀਆਂ ਹੋਣ ਵੇਲੇ ਪਹਿਲਾਂ, ਉਸ ਤੋਂ ਪਹਿਲਾਂ ਜਿਹੜੇ ਆ ਬਾਦਲ ਦਲ 'ਚ ਰਹੇ, ਬੀਜੇਪੀ ਨਾਲ ਰਹੇ, ਹੁਣ ਇੱਧਰ ਆ ਕੇ ਕਹਿੰਦੇ ਅਸੀਂ ਇਨਸਾਫ ਦਿਵਾ ਦਾਂਗੇ। ਇਹ ਵੀ 5 ਸਾਲ ਬੀਤ ਗਏ, ਪਰ ਪਤਾ ਨਹੀਂ ਅੱਗੇ ਕੀ ਕਰਨਾ ਹੈ। ਗੁਰੂ ਸਾਹਿਬ ਲਾਈਵ ਦੇ ਜ਼ਰੀਏ ਹਲਕਾ ਗੁਰੂ ਸਾਹਿਬ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਹੈ, ਕੀ ਮੈਸੇਜ ਹੈ ਤੁਹਾਡਾ? ਸਾਡਾ ਇੱਥੋਂ ਦੇ ਆਵਾਮ ਨੂੰ ਇਹ ਮੈਸੇਜ ਹੈ ਕਿ ਤੁਸੀਂ ਲੋਕ ਜਿਹੜੀ ਰਾਜਨੀਤੀ ਦੇ ਵਿੱਚ ਉਲਝ ਕੇ ਆਪਣਾ ਸਭ ਕੁਝ ਬਰਬਾਦ ਕਰੀ ਬੈਠੇ ਹੋ। 70 ਸਾਲ ਹੋ ਗਏ ਤੁਹਾਨੂੰ ਲੋਕਾਂ ਨੂੰ, 7-8 ਦਹਾਕਿਆਂ ਤੋਂ ਤੁਹਾਡੇ ਪੁਰਖੇ, ਤੁਹਾਡੀ ਅੱਜ 3-4 ਪੀੜ੍ਹੀ ਉਹਨਾਂ ਹੀ ਲੋਕਾਂ ਨੂੰ ਫਿਰ ਦੁਬਾਰਾ ਚੁਣ ਰਹੀ ਆ। ਇੰਨੇ ਮੌਕੇ ਦੇ ਕੇ ਤੁਸੀਂ ਇਹਨਾਂ ਲੋਕਾਂ ਨੂੰ ਦੇਖ ਲਿਆ ਹੈ। ਇੱਕ ਵਾਰ ਤੁਸੀਂ ਆਪਣੇ ਆਪ ਨੂੰ ਬਦਲੋ। ਆਪਣੀਆਂ ਕਮਜ਼ੋਰੀਆਂ, ਜਿਹੜਾ ਗੁਲਾਮੀ ਦੇ ਪੱਟੇ ਇਹਨਾਂ ਗਵਰਨਮੈਂਟ ਨੇ, ਇਹਨਾਂ ਹਕੂਮਤਾਂ ਨੇ, ਇਹਨਾਂ ਲੀਡਰਾਂ ਨੇ ਤੁਹਾਡੇ ਗਲਾਂ 'ਚ ਪਾਏ ਆ,
ਉਹਨਾਂ ਨੂੰ ਉਤਾਰ ਕੇ ਆਪਣੇ ਚੰਗੇ ਜੀਵਨ ਲਈ ਚੰਗੇ ਰਾਜਨੀਤਿਕ ਲੋਕਾਂ ਦੇ ਜਿਹੜੀ ਆ ਉਹਨਾਂ ਦੀ ਚੋਣ ਕਰੋ। ਜੇਕਰ ਸਹੀ ਰਾਜਨੀਤੀ ਤੁਹਾਡੇ ਵਿੱਚ ਨਹੀਂ ਆਊਗੀ, ਜੇਕਰ ਚੰਗੇ ਲੋਕ ਜਿਹੜੇ ਤੁਸੀਂ ਆਪਣੇ ਵਿੱਚੋਂ ਕੱਢ ਕੇ ਆਪਣੇ ਲਈ ਨਹੀਂ ਬਿਠਾਓਗੇ ਤਾਂ ਫਿਰ ਸਾਡਾ ਜਿਹੜਾ ਖਾਤਮਾ ਉਹ ਤੈਅ ਆ। ਸੋ ਇਸ ਕਰਕੇ ਜਿਹੜਾ ਹੁਣ ਸਾਨੂੰ ਮੌਕਾ ਮਿਲਣਾ ਹੈ, ਜਿਹੜਾ ਅਸੀਂ 2022 ਦਾ ਮਤਦਾਨ ਕਰਨਾ ਹੈ, ਉਹ ਮਤ ਦੇ ਨਾਲ ਕਰੀਏ। ਉਹ ਇਦਾਂ ਨਾ ਹੋਵੇ ਕਿ ਫਿਰ ਜੋ ਗਲਤੀਆਂ ਸਾਡੇ ਤੋਂ ਅਤੀਤ ਦੇ ਵਿੱਚ ਹੋਈਆਂ ਕਿ ਅਸੀਂ ਪੈਸੇ ਪਿੱਛੇ ਜਾਂ ਅਸੀਂ ਸ਼ਰਾਬ ਦੀਆਂ ਬੋਤਲਾਂ ਪਿੱਛੇ ਜਾਂ ਹੋਰ ਲਾਲਚਾਂ ਪਿੱਛੇ ਉਹਨਾਂ ਲੀਡਰਾਂ ਦੇ ਨਾਲ 1-2 ਦਿਨ ਤੱਕ ਵਿਕ ਗਏ, ਲੇਕਿਨ 5 ਸਾਲਾਂ ਦੀ ਆਪਦੀ ਗੁਲਾਮੀ, ਆਪਦੀਆਂ ਨਸਲਾਂ ਦੀ ਬਰਬਾਦੀ ਜਿਹੜੀ ਉਹਨਾਂ ਦੀ ਮਿਥਲੀ। ਸੋ ਅਸੀਂ ਚਾਹਾਂਗੇ ਕਿ ਲੋਕ ਜਾਗਣ ਔਰ ਇੱਕ ਚੰਗੀ ਰਾਜਨੀਤੀ ਨੂੰ ਇੱਥੋਂ ਉਠਾਉਣ ਤਾਂ ਕਿ ਉਹ ਸਾਡਾ ਚੰਗਾ ਭਵਿੱਖ ਸਿਰਜ ਸਕੇ। 2022 ਦਾ ਜਿਹੜਾ ਮਤਦਾਨ ਹੈ, ਜਤਿੰਦਰ ਜੀ ਦਾ ਕਹਿਣਾ ਹੈ 2022 ਦਾ ਮਤਦਾਨ ਅਸੀਂ ਆਪਦੀ ਮਤ ਦੇ ਨਾਲ ਕਰੀਏ। ਮਤਦਾਨ ਦਾ ਮਤਲਬ ਹੈ ਮਤ ਦੇ ਨਾਲ ਦਾਨ ਕਰਨਾ। ਜਿਹੜੀ ਤੁਹਾਡੇ ਕੋਲ ਵੋਟ ਹੈ ਉਸ ਦੀ ਤਾਕਤ ਬਹੁਤ ਵੱਡੀ ਹੈ। ਤੁਸੀਂ ਕਿਸ ਤਰੀਕੇ ਨਾਲ ਆਪਦਾ ਮਤਦਾਨ ਕਰਦੇ ਹੋ। ਤੁਸੀਂ ਦੇਖਿਆ ਜਤਿੰਦਰ ਥਿੰਦ ਹੋਰਾਂ ਨੂੰ, ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰੂਵਾਰ ਸਾਹਿਬ ਤੋਂ ਹਲਕਾ ਇੰਚਾਰਜ ਲਾਏ ਗਏ ਨੇ, ਲੋਕਾਂ ਦੇ ਵਿੱਚ ਇਹਨਾਂ ਨੇ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ, ਅਗਲੇ ਐਪੀਸੋਡ ਵਿੱਚ ਕਿਸੇ ਨਵੇਂ ਰਾਜਨੇਤਾ ਨਾਲ ਗੱਲਬਾਤ ਕਰਾਂਗੇ। ਦੇਖਦੇ ਰਹੋ ਗੁਰੂਵਾਰ ਸਾਹਿਬ ਲਾਈਵ।